इंसान है या बहुत कपल्स हैं ਜਿਹੜੇ बड़ी शिद्दत नाल प्रेगनेंसी वास्ते ट्राई करते हैं लेकिन अपनी मर्जी नाल हो नहीं पाता। एज अ गायनकोलॉजिस्ट मैं ये दसना चाहती हाँ कि एटलीस्ट लैस दैन 30 ईयर्स इज़ द बेस्ट एज टू गैट प्रैगनेंट। सो ਜਦੋਂ ਅਸੀਂ ਚਾਹ ਔਰ ਦੁੱਧ ਕੰਜ਼ਿਊਮ ਕਰਦੇ ਹਾਂ ਨਾਲ ਖਾਣਾ ਖਾ ਰਹੇ ਹਾਂ ਆਇਰਨ ਦੀ ਐਬਜ਼ੌਰਪਸ਼ਨ ਵੈਸੇ ਹੀ ਘਟ ਜਾਂਦੀ ਹੈ ਜੀ। ਐਜ਼ ਅ ਰਿਜ਼ਲਟ ਮੋਸਟ ਆਫ ਅਸ ਆਰ ਅਨੀਮਿਕ। ਅਗਰ ਮਦਰ ਆਇਰਨ ਡੈਫੀਸ਼ੀਐਂਟ ਹੈ ਤੇ ਕੱਲ ਨੂੰ ਬੱਚਾ ਵੀ ਅਨੀਮਿਕ ਹੋਏਗਾ। ਫਾਦਰ ਲਈ ਵੀ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਕੀ ਕੇਅਰ ਕਰਨੀ ਚਾਹੀਦੀ ਹੈ? ਪਹਿਲਾਂ ਆਪਾਂ ਆਪਣਾ ਮਾਈਂਡ ਸਟੇਬਲਾਈਜ਼ ਕਰੀਏ ਫਿਰ ਅਸੀਂ ਪ੍ਰੈਗਨੈਂਸੀ ਦੀ ਜਰਨੀ ਸ਼ੁਰੂ ਕਰੀਏ। ਸੰਤਾਨ ਦੇ ਗਰਭ 'ਚ ਵਿਕਾਸ ਤੋਂ ਲੈ ਕੇ ਦੁਨੀਆ 'ਚ ਪਹੁੰਚਣ ਤੱਕ ਸਫ਼ਰ ਤੇ ਇਹ ਸਾਡਾ ਖਾਸ ਪ੍ਰੋਗਰਾਮ ਤੁਹਾਡੇ ਸਭ ਲਈ। ਸਾਡਾ ਮਕਸਦ ਖੁਸ਼ਨੁਮਾ ਮਾਪੇ ਸਿਹਤਮੰਦ ਬੱਚੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ ਤੇ ਅੱਜ ਅਸੀਂ ਇੱਕ ਨਵਾਂ ਹਫ਼ਤਾਵਾਰੀ ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਗਰਭ ਗਿਆਨ। ਅਕਾਲ ਪੁਰਖ ਇਸ ਸ੍ਰਿਸ਼ਟੀ ਦਾ ਕਰਤਾ ਹੈ, ਕ੍ਰੀਏਟਰ ਸਿਰਫ ਉਹੀ ਹੈ, ਉਸ ਦੀ ਤੁਲਨਾ ਨਾ ਤਾਂ ਕਿਸੇ ਨਾਲ ਕੀਤੀ ਗਈ ਹੈ ਤੇ ਨਾ ਹੀ ਕੀਤੀ ਜਾ ਸਕੇਗੀ ਕਿਉਂਕਿ ਉਹ ਇੱਕੋ ਹੀ ਹੈ। ਪਰ ਉਸ ਅਕਾਲ ਪੁਰਖ ਦੇ ਨਾਲ ਜੇ ਕਦੇ ਕਿਸੇ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਪਹਿਲੀ ਉਹਦੇ ਪੈਗੰਬਰਾਂ ਅਤੇ ਭਗਤਾਂ ਦੀ, ਦੂਸਰੀ ਮਾਂ ਦੀ ਤੇ ਤੀਸਰੀ ਡਾਕਟਰ ਦੀ। ਮਾਂ ਦੀ ਤੁਲਨਾ ਇਸ ਕਰਕੇ ਰੱਬ ਨਾਲ ਕੀਤੀ ਜਾਂਦੀ ਹੈ ਕਿਉਂਕਿ ਉਹ ਵੀ ਸ੍ਰਿਸ਼ਟੀ ਰਚਨਾ ਦੇ ਵਿੱਚ ਅਕਾਲ ਪੁਰਖ ਦਾ ਸਾਥ ਦਿੰਦੀ ਹੈ ਤੇ ਡਾਕਟਰ ਨੂੰ ਰੱਬ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ। ਕਈ ਵਾਰੀ ਜਾਂਦੇ ਰਾਹੀ ਨੂੰ ਡਾਕਟਰ ਰੋਕ ਲੈਂਦੇ ਨੇ, ਹਾਲਾਂਕਿ ਅਸੀਂ ਉਹਨਾਂ ਡਾਕਟਰਾਂ ਦੀ ਗੱਲ ਨਹੀਂ ਕਰਦੇ ਜੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਦੁਨੀਆ ਨੂੰ ਥੋੜਾ ਲੁੱਟਣ ਵੀ ਲੱਗੇ ਨੇ। ਅਸੀਂ ਜਿਹੜੇ ਰੱਬ ਦਾ ਰੂਪ ਡਾਕਟਰ ਨੇ ਉਹਨਾਂ ਦੀ ਗੱਲ ਕਰਨ ਲੱਗੇ ਹਾਂ। ਬੱਚਾ ਜਨਣਾ ਇੱਕ ਵੱਡਾ ਤੇ ਪਵਿੱਤਰ ਕਾਰਜ ਹੁੰਦਾ ਹੈ ਤੇ ਇਹਦੇ ਵਿੱਚ ਅਕਾਲ ਪੁਰਖ ਦਾ ਸਭ ਤੋਂ ਪਹਿਲਾ ਹੱਥ ਹੁੰਦਾ ਹੈ। ਆਮ ਤੌਰ ਤੇ ਅਸੀਂ ਵੱਡਿਆਂ ਤੋਂ ਸੁਣਦੇ ਹਾਂ ਕਿ ਰੱਬ ਹੀ ਬੱਚੇ ਦੀ ਦਾਤ ਦਿੰਦਾ ਹੈ ਤੇ ਦੂਸਰਾ ਜਿਹੜਾ ਦੂਸਰੀ ਜਿਹੜੀ ਦੇਣ ਹੈ ਉਹ ਮਾਂ ਦੀ ਹੁੰਦੀ ਹੈ। ਮਾਂ ਦੇ ਨਾਲ ਨਾਲ ਪਿਓ ਦੀ ਵੀ ਹੁੰਦੀ ਹੈ ਤੇ ਪੂਰਾ ਪਰਿਵਾਰ ਤੇ ਡਾਕਟਰ ਇਸ ਕਾਰਜ ਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਨੇ। ਤੇ ਗਰਭ ਯਾਤਰਾ ਸਿਰਫ 9 ਮਹੀਨੇ ਦੀ ਨਹੀਂ ਹੁੰਦੀ, ਇਸ ਤੋਂ ਪਹਿਲਾਂ ਦਾ ਸਮਾਂ ਤੇ ਗਰਭ ਤੋਂ ਬਾਅਦ ਦਾ ਸਮਾਂ ਵੀ ਕਾਫੀ ਅਹਿਮੀਅਤ ਰੱਖਦਾ ਹੈ। ਸੋ ਗਰਭ ਗਿਆਨ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਪੂਰੀ ਜਰਨੀ ਦੇ ਬਾਰੇ ਜਾਣਾਂਗੇ ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਲ ਦੀ ਘੜੀ 2 ਖਾਸ ਡਾਕਟਰ ਮਹਿਮਾਨ ਦੇ ਵਜੋਂ ਸ਼ਾਮਿਲ ਹੋਣਗੇ, ਸੀਨੀਅਰ ਡਾਕਟਰ ਸੀਮਾ ਸ਼ਰਮਾ ਜੀ ਤੇ ਡਾਕਟਰ ਪਰਮਿੰਦਰ ਕੌਰ ਜੀ। ਤੇ ਅੱਜ ਅਸੀਂ ਸ਼ੁਰੂਆਤ ਕਰਨ ਲੱਗੇ ਹਾਂ ਡਾਕਟਰ ਸੀਮਾ ਸ਼ਰਮਾ ਦੇ ਨਾਲ ਜਿਹੜੇ ਕਿ ਗਾਇਨੀ ਦੇ ਵਿੱਚ MD ਹਨ ਤੇ ਇਸਤਰੀ ਰੋਗਾਂ ਦੇ ਮਾਹਿਰ ਹਨ। ਉਹਨਾਂ ਨਾਲ ਤੁਸੀਂ ਕਿਵੇਂ ਸੰਪਰਕ ਕਰ ਸਕਦੇ ਹੋ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦੱਸਾਂਗੇ। ਤੇ ਇੱਕ ਹੋਰ ਖਾਸ ਗੱਲ, ਇਹ ਕੋਈ ਸਾਡਾ ਪੇਡ ਜਾਂ ਪ੍ਰਮੋਸ਼ਨਲ ਪ੍ਰੋਗਰਾਮ ਨਹੀਂ ਹੈ, ਇਹ ਡਾਕਟਰ ਸਾਹਿਬ ਤੇ ਸਾਡਾ ਇੱਕ ਸਾਂਝਾ ਉਦਮ ਹੈ ਜਿਸ ਦੇ ਰਾਹੀਂ ਅਸੀਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ ਉੱਥੇ ਅਸੀਂ ਇੱਕ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਾਂ ਸਿਹਤ ਦੇ ਪੱਖੋਂ, ਗਰਭ ਧਾਰਨ ਦੇ ਪੱਖੋਂ, ਗਰਭ ਗਿਆਨ ਦੇ ਰਾਹੀਂ। ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਤੁਹਾਡਾ? ਬਿਲਕੁਲ ਵਧੀਆ। ਸੋ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਆਪਾਂ ਗਰਭ ਗਿਆਨ ਦੀ ਜੇ ਗੱਲ ਕਰ ਰਹੇ ਹਾਂ ਤਾਂ ਗਰਭ ਤੋਂ ਪਹਿਲਾਂ ਦਾ ਜਿਹੜਾ ਸਮਾਂ ਉਸ ਦੇ ਬਾਰੇ ਮੈਨੂੰ ਲੱਗਦਾ ਕਿ ਆਪਾਂ ਨੂੰ ਜਾਣਨਾ ਚਾਹੀਦਾ ਕਿ ਉਸ ਤੋਂ ਪਹਿਲਾਂ ਦੀ ਜਿਹੜੀ ਜਰਨੀ ਹੈ ਉਹ ਤੇ ਵੀ ਧਿਆਨ ਦੇਣਾ ਚਾਹੀਦਾ ਜਾਂ ਅੱਜ ਕੱਲ੍ਹ ਬਹੁਤ ਸਾਰੇ ਸਵਾਲ ਹੁੰਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਕਿ ਵਿਆਹ ਦੀ ਉਮਰ ਕਿਹੜੀ ਹੋਣੀ ਚਾਹੀਦੀ ਹੈ। ਸੋ ਤੁਸੀਂ ਦੱਸੋ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ, ਸ਼ੁਰੂਆਤ ਕਿੱਥੋਂ ਕਰੀਏ ਇਸ ਗਰਭ ਗਿਆਨ ਪ੍ਰੋਗਰਾਮ ਦੀ? ਹਰਸ਼ਰਨ, ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਹੈ ਕਿ ਇਹ ਇੱਕ ਕੁਦਰਤ ਦੀ ਮਿਹਰ ਕਹੀਏ ਹੈ ਨਾ, ਪ੍ਰੈਗਨੈਂਸੀ ਜਾਂ ਫਿਰ ਦਾਤ ਕਹੀਏ। ਸੋ ਬਹੁਤ ਇਨਸਾਨ ਹੈ ਜਾਂ ਬਹੁਤ ਕਪਲਸ हैं ਜਿਹੜੇ ਬੜੀ ਸ਼ਿੱਦਤ ਨਾਲ ਪ੍ਰੈਗਨੈਂਸੀ ਵਾਸਤੇ ਟਰਾਈ ਕਰਦੇ हैं ਲੇਕਿਨ ਆਪਣੀ ਮਰਜ਼ੀ ਨਾਲ ਹੋ ਨਹੀਂ ਪਾਉਂਦਾ। ਸੋ ਕਿਤੇ ਨਾ ਕਿਤੇ ਇਹ ਪਰਮਾਤਮਾ ਦੀ ਬਲੈਸਿੰਗ ਹੈ ਕਿ ਜਦੋਂ ਕੋਈ ਵੀ ਮਦਰ ਕਨਸੀਵ ਕਰਦੀ ਹੈ, ਜਦੋਂ ਅਸੀਂ ਕੋਈ ਵੀ ਜੀਵ ਨੂੰ ਇਸ ਦੁਨੀਆ ਵਿੱਚ ਲੈ ਕੇ ਆਉਂਦੇ ਹਾਂ ਉਹ ਪਰਮਾਤਮਾ ਦੀ ਸਾਡੇ ਤੇ ਮਿਹਰ ਹੁੰਦੀ ਹੈ। ਜੀ ਜੀ। ਸੋ ਇਹ ਜਰਨੀ ਸ਼ੁਰੂ ਕਰਨ ਵਾਸਤੇ ਮੇਰਾ ਇਹ ਮੰਨਣਾ ਹੈ ਕਿ ਮਦਰ ਐਂਡ ਫਾਦਰ ਦੋਨੋਂ ਪੈਰੈਂਟਸ ਦੀ ਜਿਹੜੀ ਹੈਲਥ ਹੈ ਔਰ ਜਿਹੜੀ ਆਪਸ ਦੀ ਰਿਲੇਸ਼ਨਸ਼ਿਪ ਹੈ ਜੇ ਉਹ ਬੈਸਟ ਹੋਏਗੀ ਤਾਂ ਆਉਣ ਵਾਲੀ ਨੈਕਸਟ ਜਨਰੇਸ਼ਨ ਵੀ ਸਾਡੀ ਬੈਸਟ ਹੈਲਥ ਵਿੱਚ ਆਏਗੀ। ਜੀ ਜੀ। ਸੋ ਡੈਫੀਨੇਟਲੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਇਹ ਵਾਲੀ ਜਿਹੜੀ ਸੀਰੀਜ਼ ਹੈ ਪ੍ਰੀ ਪ੍ਰੈਗਨੈਂਸੀ ਹੈਲਥ ਤੋਂ ਕਿ ਜਦੋਂ ਕੋਈ ਵੀ ਮਦਰ ਜਾਂ ਕੋਈ ਵੀ ਲੇਡੀ ਗਰਭ ਧਾਰਨ ਕਰਨ ਬਾਰੇ ਸੋਚ ਰਹੀ ਹੈ ਤਾਂ ਉਹਨੂੰ ਕਿਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਜੀ ਬਿਲਕੁਲ, ਬਹੁਤ ਸਹੀ ਕਿਹਾ ਡਾਕਟਰ ਸਾਹਿਬ ਕਿ ਪ੍ਰੀ ਪ੍ਰੈਗਨੈਂਸੀ ਹੈਲਥ, ਪ੍ਰੀ ਪ੍ਰੈਗਨੈਂਸੀ ਕੇਅਰ ਉਹਦੀ ਆਪਾਂ ਜ਼ਰੂਰਤ। ਸੋ ਕਿੱਥੋਂ ਆਪਾਂ ਸ਼ੁਰੂ ਕਰ ਸਕਦੇ ਹਾਂ? ਇਹ ਫਿਰ ਵਿਆਹ ਤੋਂ
ਮਤਲਬ ਵਿਆਹ ਦੀ ਉਮਰ ਤੋਂ ਸ਼ੁਰੂ ਹੋ ਜਾਂਦਾ ਹੈ? ਹਾਂ ਬਿਲਕੁਲ, ਦੇਖੋ ਹੁਣ ਅੱਜ ਦੇ ਟਾਈਮ ਵਿੱਚ ਅਸੀਂ ਦੇਖਿਆ ਕਿ ਬਹੁਤ ਸਾਰੀਆਂ ਮਹਿਲਾਵਾਂ ਕਿਉਂਕਿ ਆਪਣੇ ਪ੍ਰੋਫੈਸ਼ਨ ਬਾਰੇ ਐਂਬੀਸ਼ੀਅਸ ਵੀ ਹੈ, ਜਾਗਰੂਕ ਵੀ ਹੈ, ਉਸ ਕਰਕੇ ਜਿਹੜੀ ਏਜ ਆਫ ਮੈਰਿਜ ਹੈ ਉਹ ਵੀ ਡਿਲੇ ਹੋ ਰਹੀ ਹੈ, ਔਰ ਉਹਦੇ ਕਰਕੇ ਜਿਹੜੀ ਏਜ ਆਫ ਚਾਈਲਡ ਬੇਅਰਿੰਗ ਹੈ, ਜਿਸ ਨੂੰ ਅਸੀਂ ਕਹਿੰਦੇ ਗਰਭ ਧਾਰਨ ਕਰਨਾ, ਉਹ ਵੀ ਡਿਲੇ ਹੋ ਰਹੀ ਹੈ। ਸੋ ਬਹੁਤ ਸਾਰੀ ਗਰਲਸ ਸੋਚਦੇ ਹੈ ਕਿ ਪਹਿਲਾਂ ਤਾਂ 27-28 ਤੇ ਸ਼ਾਦੀ ਹੁੰਦੀ ਹੈ ਨਾ, ਕਿਸੇ ਟਾਈਮ ਤੇ 22-23 ਤੇ ਹੁੰਦੀ ਸੀ, ਲੇਕਿਨ ਹੁਣ 27-28 ਇਜ਼ ਦ ਐਵਰੇਜ ਏਜ, ਕਿ ਜਦੋਂ ਵੀ ਜਿਹੜੇ ਐਜੂਕੇਟਿਡ ਲੋਕ ਹੈ ਉਸ ਤੋਂ ਪਹਿਲਾਂ ਵਿਆਹ ਬਾਰੇ ਸੋਚਦੇ ਨਹੀਂ। ਉਸ ਤੋਂ ਬਾਅਦ ਫਿਰ ਉਹ 3-4 ਸਾਲ ਹੋਰ ਵੇਟ ਕਰਨਾ ਚਾਹੁੰਦੇ हैं और वो सोचते हैं कि मे बी 32-33 ਹੁਣ ਸੈਟਲ ਹੋ ਗਏ, ਜਾਂ ਅੱਜ ਦੇ ਟਾਈਮ ਤੇ ਬਹੁਤ ਸਾਰੇ ਇਮੀਗ੍ਰੇਟ ਕਰ ਰਹੇ ਹੈ, ਕੋਈ ਬਾਹਰ ਜਾ ਰਹੇ ਹੈ, ਦੂਸਰੇ ਦੇਸ਼ਾਂ ਵਿੱਚ ਜਾ ਰਹੇ ਹੈ, ਉੱਥੇ ਜਾ ਕੇ ਸੈਟਲਿੰਗ ਟਾਈਮ ਲੈਂਦੇ ਆ, ਫਿਰ ਬੇਬੀ ਬਾਰੇ ਸੋਚਦੇ ਆ। ਔਰ ਕਈ ਇਹ ਵੀ ਸੋਚਦੇ ਆ ਕਿ ਕੁਝ ਸਾਲ ਅਸੀਂ ਇੰਜੋਏ ਕਰ ਲਈਏ, ਘੁੰਮ ਫਿਰ ਲਈਏ। ਇਹ ਵੀ ਬਿਲਕੁਲ ਠੀਕ ਹੈ। ਔਰ ਇੱਕ ਵੱਡੀ ਪ੍ਰੋਬਲਮ ਜਿਹੜੀ ਅਸੀਂ ਆਪਣੀ ਨੈਕਸਟ ਜਨਰੇਸ਼ਨ 'ਚ ਫੇਸ ਕਰ ਰਹੇ ਹਾਂ ਉਹ ਹੈ ਕਿ ਬਹੁਤ ਸਾਰੇ ਪੈਰੈਂਟਸ ਅੱਜਕੱਲ ਸਬਸਟੈਂਸ ਅਬਿਊਜ਼, ਜਿਵੇਂ ਡਰੱਗਸ ਲੈਂਦੇ ਹੈ ਕਈ ਲੋਕ, ਜਾਂ ਫਿਰ ਸਮੋਕਿੰਗ ਕਰ ਰਹੇ ਹੈ, ਜਾਂ ਐਲਕੋਹਲ ਕੰਜ਼ਿਊਮ ਕਰ ਰਹੇ ਹੈ, ਤੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਬੱਚਾ ਲਾਈਫ 'ਚ ਆ ਜਾਏਗਾ ਸਾਡਾ ਇਹ ਲਾਈਫ ਸਟਾਈਲ ਚੇਂਜ ਹੋ ਜਾਏਗਾ, ਐਂਡ ਦੇ ਆਰ ਨਾਟ ਵਿਲਿੰਗ ਟੂ ਡੂ दैट। ਸੋ ਉਸ ਚੱਕਰ 'ਚ ਵੀ ਪੋਸਟਪੋਨ ਕਰਦੇ ਰਹਿੰਦੇ ਆ। ਸੋ ਐਜ਼ ਅ ਗਾਇਨੋਕੋਲੋਜਿਸਟ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਦੇਖिए ਜਿਹੜੀ ਬੈਸਟ ਏਜ ਬੇਬੀ ਪ੍ਰੋਡਿਊਸ ਕਰਨ ਦੀ ਹੈ ਦੈਟ ਇਜ਼ ਲੈਸ ਦੈਨ 30। ਸੋ ਅਸੀਂ ਆਰਥੋਡਾਕਸ ਗੱਲ ਨਹੀਂ ਕਰ ਰਹੇ ਕਿ ਨਹੀਂ ਬਈ ਤੁਸੀਂ 18 ਤੇ ਵਿਆਹ ਕਰ ਲਓ, 18 ਸਾਲ ਤੇ 20 ਸਾਲ ਤੇ ਬੇਬੀ ਕਰੋ, ਨੋ, ਬਟ ਐਟਲੀਸਟ ਲੈਸ ਦੈਨ 30 ਇਅਰਸ ਇਜ਼ ਦ ਬੈਸਟ ਏਜ ਟੂ ਗੈਟ ਪ੍ਰੈਗਨੈਂਟ, ਕਿਉਂਕਿ ਉਸ ਤੋਂ ਬਾਅਦ ਤੁਹਾਡੀ ਐਗਸ ਦੀ ਜਿਹੜੀ ਕੁਆਲਿਟੀ ਹੈ ਉਹ ਉਨੀ ਵਧੀਆ ਨਹੀਂ ਰਹਿੰਦੀ ਜਿੰਨੀ ਤੁਹਾਡੀ ਯੰਗਰ ਏਜ 'ਚ ਰਹਿੰਦੀ ਹੈ। ਸੋ ਇਫ ਗਿਵਨ ਅ ਚੋਇਸ ਦੈਨ ਬੈਸਟ ਏਜ ਟੂ ਗੈਟ ਪ੍ਰੈਗਨੈਂਟ ਇਜ਼ ਲੈਸ ਦੈਨ 30, ਕਿਉਂਕਿ 30 ਤੋਂ ਬਾਅਦ ਕਈ ਡਿਫਰੈਂਟ ਤਰ੍ਹਾਂ ਦੀਆਂ ਮੈਡੀਕਲ ਪ੍ਰੋਬਲਮਸ ਆ ਜਾਂਦੀਆਂ ਹੈ, ਤੁਹਾਡੀ ਓਵਰੀਜ਼ ਦੀ ਰਿਜ਼ਰਵ ਜਿਹਨੂੰ ਅਸੀਂ ਕਹਿੰਦੇ ਹਾਂ, ਐਗਸ ਦੀ ਕੁਆਲਿਟੀ ਜਿਹੜੀ ਹੈ ਉਹ ਕੰਪਰੋਮਾਈਜ਼ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਲਈ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਅਸੀਂ ਲੈਸ ਦੈਨ 30 ਤੇ ਕਨਸੀਵ ਕਰੀਏ। ਜੀ ਡਾਕਟਰ ਸਾਹਿਬ, ਇੱਥੇ ਮੇਰੇ ਮਨ ਦੇ ਵਿੱਚ ਇਹ ਵੀ ਸਵਾਲ ਆ ਰਿਹਾ ਕਿ ਕਈ ਲੋਕਾਂ ਦੀਆਂ ਮਤਲਬ ਅਲੱਗ-ਅਲੱਗ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਜਾਂ ਅਲੱਗ-ਅਲੱਗ ਤਰ੍ਹਾਂ ਦੇ ਰੀਜ਼ਨ ਹੁੰਦੇ ਨੇ ਲੇਟ ਵਿਆਹ ਕਰਨ ਦੇ, ਲੇਟ ਮੈਰਿਜ ਕਰਨ ਦੇ, ਤੇ ਉਹਨਾਂ ਲਈ ਇਹ ਮਤਲਬ ਸ਼ੋਰ ਹੈ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਉਹਨਾਂ ਨੂੰ ਪ੍ਰੋਬਲਮਸ ਆਉਣਗੀਆਂ ਹੀ ਆਉਣਗੀਆਂ, ਜਾਂ ਫਿਰ ਉਹ ਆਪਣੀ ਡਾਈਟ ਨੂੰ ਸਹੀ ਰੱਖ ਕੇ ਆਪਣੇ ਮਤਲਬ ਕੇਅਰ ਕਰ ਸਕਦੇ ਨੇ ਕਿ ਉਹ ਉਹਨਾਂ ਨੂੰ ਬਾਅਦ ਵਿੱਚ ਵੀ ਪ੍ਰੋਬਲਮ ਨਾ ਆਵੇ? ਦੇਖੋ ਹਰਸ਼ਰਨ, ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਕਪਲ ਜਦੋਂ ਪ੍ਰੈਗਨੈਂਸੀ ਪਲਾਨ ਕਰੇ ਉਸ ਤੋਂ ਪਹਿਲਾਂ ਇੱਕ ਪ੍ਰੀ ਪ੍ਰੈਗਨੈਂਸੀ ਚੈੱਕਅਪ ਵਾਸਤੇ ਜ਼ਰੂਰ ਆਏ। ਪ੍ਰੀ ਪ੍ਰੈਗਨੈਂਸੀ ਚੈੱਕਅਪ ਦਾ ਕੀ ਮਤਲਬ ਹੈ ਕਿ ਉਸ ਸਟੇਜ ਤੇ ਅਸੀਂ ਡਾਕਟਰਸ ਇਵੈਲੂਏਟ ਕਰਦੇ ਹਾਂ ਕਿ ਜਿਹੜੀ ਮਦਰ ਹੈ ਸਭ ਤੋਂ ਪਹਿਲਾਂ ਕਿ ਬਈ ਕੀ ਏਜ ਹੈ, ਅਗਰ ਉਸ ਏਜ ਦੇ ਅਕੋਰਡਿੰਗ ਮਦਰ ਦੀ ਹਾਈਟ ਕੀ ਹੈ, ਮਦਰ ਦਾ weight ਕੀ ਹੈ। ਸੋ ਅੱਜ ਕੱਲ੍ਹ ਅਸੀਂ ਦੇਖਿਆ ਕਿ ਜਿਹੜੀ ਨਵੀਂ ਪੀੜ੍ਹੀ ਉਹਦੇ 'ਚ ਬਹੁਤ ਜ਼ਿਆਦਾ ਓਬੇਸਿਟੀ ਹੈ, ਮਦਰਸ ਓਵਰਵੇਟ ਹੈ ਨਾ, ਕਿਉਂਕਿ ਯੰਗਰ ਜਨਰੇਸ਼ਨ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੋ ਗਿਆ, ਜੰਕ ਫੂਡ ਕੰਜ਼ਿਊਮ ਕਰ ਰਹੇ ਹਾਂ ਆਪਾਂ, ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੈ, ਅਸੀਂ ਸਾਰੇ ਲੈਪਟਾਪਸ ਔਰ IT ਰਿਲੇਟਡ ਜੌਬਸ ਕਰਦੇ ਹਾਂ, ਪ੍ਰੋਲੋਂਗਡ ਸਿਟਿੰਗ ਹੈ, ਇਸ ਕਰਕੇ ਆਈਡੀਅਲ weight ਜਿਹੜਾ ਹੈ ਉਹ ਪ੍ਰੈਗਨੈਂਸੀ ਤੋਂ ਪਹਿਲਾਂ ਅਚੀਵ ਕਰਨਾ ਡਿਜ਼ਾਇਰਡ ਹੈ। ਇਹ ਨਹੀਂ ਕਿ ਜਿਹੜਾ ਬੰਦਾ ਓਵਰਵੇਟ ਹੈ ਉਹ ਪ੍ਰੈਗਨੈਂਸੀ ਨਾ ਕਰੇ, ਬਟ ਡੈਫੀਨੇਟਲੀ ਅਸੀਂ ਮਾਈਂਡਫੁਲ ਹੋ ਕੇ ਜੇ ਪਲਾਨ ਕਰਾਂਗੇ ਤਾਂ ਅਸੀਂ ਬਹੁਤ ਚੀਜ਼ਾਂ ਪ੍ਰੀਵੈਂਟ ਕਰ ਸਕਾਂਗੇ, ਹੈ ਨਾ। ਸੋ ਅਸੀਂ ਹਮੇਸ਼ਾ ਕਹਿੰਦੇ ਹਾਂ, ਮੈਡੀਕਲ ਡਿਕਟਮ ਹੈ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਕਿ ਕੋਈ ਵੀ ਚੀਜ਼ ਹੈ ਉਹਦਾ ਬਚਾਓ ਕਰਨਾ ਚਾਹੀਦਾ ਹੈ। ਸੋ ਅਗਰ ਅਸੀਂ ਆਪਣਾ weight ਠੀਕ ਮੈਨੇਜ ਕਰਕੇ ਪ੍ਰੈਗਨੈਂਸੀ ਅਚੀਵ ਕਰਾਂਗੇ ਤੇ ਪ੍ਰੈਗਨੈਂਸੀ ਵੀ ਸਮੂਥ ਜਾਏਗੀ। ਬਹੁਤ ਸਾਰੀ ਕੰਪਲਿਕੇਸ਼ਨ, ਔਰ ਇਹਦੇ ਲਈ ਸਾਨੂੰ ਡਾਕਟਰ ਕੋਲ ਜਾਣਾ ਪਊਗਾ ਕਿ ਸਾਡਾ weight ਕਿੰਨਾ ਹੋਣਾ चाहिए, हाँ कितना BMI होना चाहिए। तो इस करके सबसे पहले आप वेट की गल करते हैं कि असी कहने हैं कि BMI 23-25 ਦੇ ਵਿੱਚ ਹੋਣਾ ਚਾਹੀਦਾ ਹੈ। मतलब ग्रॉसली जे ਤੁਸੀਂ ਚੱਲੋਗੇ ਜੇ ਕੋਈ 5 ਫੁੱਟ 4 ਇੰਚਸ ਹੈ, ਐਵਰੇਜ ਹਾਈਟ ਇੰਡੀਅਨ ਗਰਲਸ 5 ਫੁੱਟ 4 5 ਫੁੱਟ 5, weight 60 ਤੋਂ ਅਬਵ ਨਹੀਂ ਹੋਣਾ ਚਾਹੀਦਾ। ਅਗਰ 60 kg ਤੋਂ ਜ਼ਿਆਦਾ weight ਹੈ ਤਾਂ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਆਪਣਾ weight ਮੈਨੇਜਮੈਂਟ ਕਰੀਏ। ਸੋ ਫਰਸਟ ਇਜ਼ weight। ਸੈਕਿੰਡ ਆਉਂਦਾ ਹੈ ਕਿ ਅਸੀਂ ਥਾਇਰੋਇਡ ਡਿਜ਼ੀਜ਼ਸ ਬਾਰੇ ਚੈੱਕ ਕਰਦੇ ਹਾਂ ਕਿ ਬਹੁਤ ਸਾਰੇ ਯੰਗ ਗਰਲਸ ਅੱਜ ਕੱਲ੍ਹ ਥਾਇਰੋਇਡ ਹੈ। ਅਗਰ ਅਸੀਂ ਥਾਇਰੋਇਡ ਕਰੈਕਟ ਕਰਕੇ ਪ੍ਰੈਗਨੈਂਸੀ ਅਚੀਵ ਕਰਦੇ ਹਾਂ, ਮਿਸਕੈਰੇजेस ਦਾ ਰਿਸਕ ਘੱਟ ਜਾਂਦਾ ਹੈ, ਪ੍ਰੈਗਨੈਂਸੀ ਕੰਪਲਿਕੇਸ਼ਨਸ ਘੱਟ ਹੁੰਦੀਆਂ। ਠੀਕ ਹੈ। ਥਰਡ ਆ ਜਾਂਦਾ ਹੈ ਤੁਹਾਡਾ ਅਨੀਮੀਆ, HB। ਅਸੀਂ ਚਾਹੁੰਦੇ ਹਾਂ ਕਿ ਕੋਈ ਵੀ ਮਦਰ ਜਾਂ ਕੋਈ ਵੀ ਯੰਗ ਗਰਲ ਪ੍ਰੈਗਨੈਂਸੀ ਅਚੀਵ ਕਰਨ ਤੋਂ ਪਹਿਲਾਂ ਆਪਣਾ ਹੀਮੋਗਲੋਬਿਨ ਜ਼ਰੂਰ ਚੈੱਕ ਕਰਾਏ, ਕਿਉਂਕਿ ਖੂਨ ਦੀ ਘਾਟ ਕਰਕੇ ਤੁਸੀਂ ਦੇਖੋ ਕਿ ਇੰਡੀਆ ਵਿੱਚ ਆਲਮੋਸਟ 60 to 70% ਗਰਲਸ ਕਿਸੇ ਵੀ ਏਜ ਗਰੁੱਪ ਦੇ ਉਹ ਅਨੀਮਿਕ ਹੈ। ਅਨੀਮਿਕ ਦਾ ਮਤਲਬ ਕਿ ਉਹਨਾਂ ਦਾ HB ਜਿਹੜਾ ਹੈ ਉਹ 11 ਜਾਂ 10 ਤੋਂ ਘੱਟ ਹੈ। ਇਹਦਾ ਕਾਰਨ ਇੰਨੀ ਵੱਡੀ ਗਿਣਤੀ ਦੇ ਵਿੱਚ? ਬਿਲਕੁਲ, ਕਿਉਂ? ਬਿਕਾਜ਼ ਸਾਡੀ ਸਾਰਿਆਂ ਦੀ ਡਾਈਟ ਜਿਹੜੀ ਹੈ ਉਹ ਇੰਨੀ ਰਿਚ ਡਾਈਟ ਨਹੀਂ ਹੈ, ਔਰ ਛੋਟੇ ਬੱਚੇ ਤੁਸੀਂ ਦੇਖੋਗੇ ਉਹ ਫਰੂਟਸ ਵੈਜੀਟੇਬਲਸ ਘੱਟ ਖਾਂਦੇ ਹੈ, ਜ਼ਿਆਦਾ ਅੱਜ ਕੱਲ੍ਹ ਜੰਕ ਫੂਡ ਦਾ ਯੂਜ਼ੇਜ ਹੋ ਗਿਆ। ਸੋ ਜਦੋਂ ਤੱਕ ਅਸੀਂ ਯੰਗ ਕੁੜੀਆਂ ਨੂੰ ਆਇਰਨ ਸਪਲੀਮੈਂਟ ਨਹੀਂ ਕਰਦੇ ਤੇ ਉਹਨਾਂ ਦਾ ਅਨੀਮੀਆ ਪ੍ਰੀਵੈਲੈਂਟ ਹੋ ਜਾਂਦਾ ਹੈ, ਔਰ ਆਇਰਨ ਜਿਹੜਾ ਡਾਈਟ 'ਚ ਹੈ ਉਹ ਬਹੁਤ ਘੱਟ ਮਿਲਦਾ ਹੈ।
ਸੋ ਜਦੋਂ ਅਸੀਂ ਚਾਹ ਔਰ ਦੁੱਧ ਕੰਜ਼ਿਊਮ ਕਰਦੇ ਹਾਂ ਨਾਲ ਖਾਣਾ ਖਾ ਰਹੇ ਹਾਂ ਆਇਰਨ ਦੀ ਐਬਜ਼ੌਰਪਸ਼ਨ ਵੈਸੇ ਹੀ ਘਟ ਜਾਂਦੀ ਹੈ ਜੀ ਐਜ਼ ਅ ਰਿਜ਼ਲਟ ਮੋਸਟ ਆਫ ਅਸ ਆਰ ਅਨੀਮਿਕ ਜਿੰਨੀ ਵੀ ਇੰਡੀਅਨ ਵਿਮਨ ਹੈ 60-70% ਉਹ ਅਨੀਮਿਕ ਹੈ ਸਟਾਰਟਿੰਗ ਫਰੋਮ ਦ ਸਕੂਲ ਔਰ ਇਹ ਪੈਰੈਂਟਸ ਇਹਦੇ ਲਈ ਜ਼ਿੰਮੇਦਾਰ ਹੈ ਦੂਸਰਾ ਇਹ ਕਿ ਜਦੋਂ ਮੈਂਸਸ ਆਉਂਦੇ ਆ ਮੈਂਸਟਰਲ ਸਾਈਕਲ ਦੇ ਰਾਹੀਂ ਬਲੱਡ ਲਾਸ ਹੁੰਦਾ ਹੈ ਉਹਦੇ ਕਰਕੇ ਵੀ ਜਿਹੜੀਆਂ ਯੰਗ ਗਰਲਸ ਹੈ ਉਹ ਜ਼ਿਆਦਾ ਅਨੀਮਿਕ ਹੋ ਜਾਂਦੀਆਂ ਸੋ ਇਸ ਕਰਕੇ ਇਹ ਬੰਦਾ ਹੈ ਕਿ ਜਦੋਂ ਵੀ ਪ੍ਰੈਗਨੈਂਸੀ ਪਲਾਨ ਕਰਨੀ ਹੈ ਆਪਣਾ ਹੀਮੋਗਲੋਬਿਨ ਚੈੱਕ ਕਰਾਇਆ ਜਾਏ ਹੀਮੋਗਲੋਬਿਨ ਮਿਨੀਮਮ 11 ਜਾਂ 12 ਹੋਏ ਤਾਂ ਆਪਾਂ ਪ੍ਰੈਗਨੈਂਸੀ ਬਾਰੇ ਪਲਾਨ ਕਰੀਏ ਕਿਉਂਕਿ ਇੱਕ ਮਦਰ ਦੀ ਵੂੰਬ 'ਚ ਹੈ ਨਾ ਬੇਬੀ ਨੇ ਡਿਵੈਲਪ ਹੋਣਾ ਔਰ ਬੱਚੇ ਦਾ ਜਿਹੜਾ ਵੀ ਬਲੱਡ ਬਣਨਾ ਸਾਰਾ ਉਹ ਮਦਰ ਦੇ ਥਰੂ ਹੀ ਬਣਨਾ ਅਗਰ ਮਦਰ ਆਇਰਨ ਡੈਫੀਸ਼ੀਐਂਟ ਹੈ ਤੇ ਕੱਲ ਨੂੰ ਬੱਚਾ ਵੀ ਅਨੀਮਿਕ ਹੋਏਗਾ ਸੋ ਰਾਈਟ ਐਟ ਬਰਥ ਆਪਾਂ ਆਪਣੇ ਬੱਚੇ ਨੂੰ ਐਡਵਾਂਟੇਜ ਦੇ ਸਕਦੇ ਹਾਂ ਜੇ ਆਪਾਂ ਆਪਣੀ ਡਾਈਟ ਰਾਹੀਂ ਆਪਣਾ ਅਨੀਮੀਆ ਜਿਹੜਾ ਉਹ ਕਰੈਕਟ ਕਰਕੇ ਫਿਰ ਪ੍ਰੈਗਨੈਂਸੀ ਪਲਾਨ ਕਰੀਏ ਜੀ ਜੀ ਤੇ ਡਾਕਟਰ ਸਾਹਿਬ ਇਹ ਮਦਰ ਲਈ ਤੁਸੀਂ ਦੱਸਿਆ ਫਾਦਰ ਲਈ ਵੀ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਕੀ ਕੇਅਰ ਕਰਨੀ ਚਾਹੀਦੀ ਹੈ ਦੇਖੋ ਫਾਦਰ ਲਈ ਆਫ ਕੋਰਸ ਅੱਜ ਦੇ ਟਾਈਮ ਤੇ ਅਸੀਂ ਦੇਖ ਰਹੇ ਹਾਂ ਕਿ ਲੈਟਸ ਸਟਾਰਟ ਵਿਦ ਫਰਟੀਲਿਟੀ ਕਿ ਜਦੋਂ ਆਪਾਂ ਪ੍ਰੈਗਨੈਂਸੀ ਵਾਸਤੇ ਟਰਾਈ ਕਰਦੇ ਹਾਂ ਪਹਿਲਾਂ ਕੀ ਸੀਗਾ ਕਿ ਮੇਲ ਫੈਕਟਰ ਬਹੁਤ ਘੱਟ ਹੁੰਦਾ ਸੀ ਜੀ ਇਨਫਰਟੀਲਿਟੀ ਵਿੱਚ ਲੇਕਿਨ ਅੱਜ ਦੇ ਟਾਈਮ ਤੇ ਬਿਕੋਜ਼ ਆਫ ਦਾ ਸਟ੍ਰੈਸ ਬਿਕੋਜ਼ ਆਫ ਦਾ ਚੇਂਜਿੰਗ ਲਾਈਫ ਸਟਾਈਲ ਬਿਕੋਜ਼ ਆਫ ਐਡਿਕਸ਼ਨ ਟੂ ਐਲਕੋਹਲ ਐਂਡ ਸਮੋਕਿੰਗ कैफीन कॉफ़ी बहुत ज़्यादा प्रिवेलेंट है बहुत सारे यंगस्टर्स चाहे वो लड़के हों चाहे लड़कियां बहुत कॉफ़ी कंज्यूम करते हैं सो कॉफ़ी कल्चर करके ये सारिया चीज़ां दे ओवर यूज़ करके मेल फर्टिलिटी भी अफेक्ट हो रही है सो मेल्स दे स्पर्म काउंट घट होंदे हैं मेल फैक्टर करके मिसकैरेजेस होंदे हैं सो इस करके ईवन मेल पार्टनर दी हेल्थ भी बहुत इंपॉर्टेंट है सो मेल्स नू अगेन अपना BMI वेट गार्ड करना है अपना लाइफस्टाइल स्मोकिंग नहीं करनी है एल्कोहल कट करना है और हेल्दी लाइफस्टाइल जिहड़ा है वो फॉलो करना है एंड देन दे शुड प्लान फॉर अ बेबी जी सो ਉਹਦੇ ਨਾਲ ਪ੍ਰੈਗਨੈਂਸੀ ਆਊਟਕਮਸ ਜਿਹੜੀਆਂ ਉਹ ਬੈਟਰ ਹੋਣਗੀਆਂ ਸਪਰਮ ਕਾਊਂਟ ਅੱਛਾ ਹੋਏਗਾ ਫਰਟੀਲਿਟੀ ਅੱਛੀ ਹੋਏਗੀ ਨੈਚੁਰਲੀ ਪ੍ਰੈਗਨੈਂਸੀ ਵਿੱਚ ਹੈਲਪ ਮਿਲੇਗੀ ਸੋ ਮੇਲਸ ਆਲਸੋ ਹੈਵ ਟੂ ਬੀ ਮੋਰ ਕੇਅਰਫੁਲ ਬੰਦਿਆਂ ਨੂੰ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਇਹ ਮਤਲਬ ਬੋਥ ਸਾਈਡਸ ਹੈ ਬਿਕਾਜ਼ ਉਹ ਦੋਨੋਂ men and women या father and mother दोनों ही पार्ट हैं पेरेंट्स ਦੇ ਨਾ ਸੋ ਇਸ ਕਰਕੇ ਦੋਨਾਂ ਦੀ ਹੈਲਥ ਜਿਹੜੀ ਹੈ ਉਹ ਬਹੁਤ ਇੰਪੋਰਟੈਂਟ ਹੈ ਜੀ ਜੀ ਸੋ ਡਾਕਟਰ ਸਾਹਿਬ ਇੱਕ ਲੇਟ ਮੈਰਿਜ ਦੀ ਆਪਾਂ ਗੱਲ ਕੀਤੀ ਸੀਗੀ ਤੇ ਉਹਦੇ ਵਿੱਚ ਅੱਗੇ ਕੀ ਕੀ ਪ੍ਰੋਬਲਮਸ ਆਉਂਦੀਆਂ ਨੇ ਬਰੀਫ ਦੇ ਵਿੱਚ ਤੁਸੀਂ ਸਾਨੂੰ ਦੱਸਿਆ ਸੀ ਜੇ ਥੋੜਾ ਜਿਹਾ ਆਪਾਂ ਡਿਟੇਲ ਚ ਜਾਨਣਾ ਚਾਹੀਏ ਸ਼ੋਰ ਸੋ ਦੇਖੋ ਆਪਾਂ ਗੱਲ ਕਰ ਰਹੇ ਸੀ ਓਵੇਰੀਅਨ ਰਿਜ਼ਰਵ ਦੀ ਜੀ ਹੁਣ ਓਵੇਰੀਅਨ ਰਿਜ਼ਰਵ ਕੀ ਹੈ ਆਲ ਗਰਲਸ ਜਿੰਨੀਆਂ ਵੀ ਬੱਚੇ ਹੈ ਜਦੋਂ कोई भी गर्ल जन्म लैंदी है या कोई भी है ना फीमेल बेबी पैदा होंदा है वी आर बॉर्न विद अ फिक्सड नंबर ऑफ एग्स जिहड़ी साडी अंडेदानी है या जिन्हों असीं अंडाशय कहने आ उहदे च फिक्स नंबर ऑफ एग्स हुंदे और ਉਹੀ एग्स चाहे वो मिलियंस च हैं लेकिन ਉਹੀ एग्स पूरा लाइफ टाइम लास्ट करदे हैं ठीक है सो तुसीं हुण सोचो कि जे 20 ईयर्स की कोई गर्ल है ਉਹਦੇ 20 ईयर्स ओल्ड एग है और अगर 35 है तो 35 ईयर्स ओल्ड एग है सो बाय द ਓਨਲੀ ਫੈਕਟ ਕਿ ਏਜਿੰਗ ਹੋ ਰਹੀ ਹੈ ਐਗਸ ਦੀ ਤੇ ਓਵੇਰੀਅਨ ਰਿਜ਼ਰਵ ਜਿਹੜਾ ਹੈ ਉਹ ਏਜ ਦੇ ਨਾਲ ਡਿਕਲਾਈਨ ਹੁੰਦਾ ਹੈ ਕਿਉਂਕਿ ਹਰ ਸਾਈਕਲ ਵਿੱਚ ਇੱਕ ਜਾਂ ਦੋ ਐਗਸ ਤੁਹਾਡੀ ਓਵਰੀ 'ਚ ਡਿਵੈਲਪ ਹੁੰਦੇ ਆ ਬਾਕੀ ਸਾਰੇ ਐਗਸ ਮੇ ਬੀ 20-30 ਜਿਹੜੇ ਆ ਉਹ ਐਟਰੋਫੀ ਹੁੰਦੇ ਮਤਲਬ ਸ਼ਰਿੰਕ ਹੁੰਦੇ ਜਾਂਦੇ ਆ ਐਂਡ ਨਾਊਅਡੇਜ਼ ਵੀ ਹੈਵ ਸੀਨ ਕਿ ਬਿਕੋਜ਼ ਆਫ ਦ ਚੇਂਜਿੰਗ ਲਾਈਫ ਸਟਾਈਲ ਕਹਿ ਲਓ ਪੋਲਿਊਸ਼ਨ ਕਹਿ ਲਓ ਜਾਂ ਆਪਣਾ ਖਾਣ ਪਾਨ ਕਹਿ ਲਓ ਉਹਦੀ ਵਜ੍ਹਾ ਨਾਲ अर्ਲੀ ਏਜ ਆਫ ਮੀਨੋਪੌਜ਼ ਹੋ ਰਹੀ ਹੈ ਜਾਂ ਅਸੀਂ ਕਹਿੰਦੇ ਆ ਦੇਰ ਇਜ਼ ਪ੍ਰੀਮੈਚੁਰ ਓਵੇਰੀਅਨ ਇਨਸਫੀਸ਼ੀਐਂਸੀ ਕਿ ਮਤਲਬ ਪਹਿਲਾਂ ਜੇ ਅੱਛੀ ਹੈਲਥ ਵਾਲੀ ਕੋਈ ਵੂਮਨ ਹੈ ਉਹਦਾ ਮੀਨੋਪੌਜ਼ 55 ਤੇ ਹੁੰਦਾ ਸੀ ਅੱਜ ਅਸੀਂ 30-35 ਤੇ ਵੀ ਓਵੇਰੀਅਨ ਰਿਜ਼ਰਵ ਘੱਟ ਦੇਖ ਰਹੇ ਹਾਂ ਐਂਡ ਥੀਸ ਆਰ ਪੀਪਲ ਜਿਨ੍ਹਾਂ ਦਾ ਪ੍ਰੀਮੈਚੁਰ ਓਵੇਰੀਅਨ ਫੇਲਿਅਰ ਹੋ ਰਿਹਾ ਹੈ अर्ਲੀ ਮੀਨੋਪੌਜ਼ ਹੋ ਰਿਹਾ ਹੈ ਕਿਉਂ ਬਿਕੋਜ਼ ਕੁਆਲਿਟੀ ਆਫ ਐਗਸ ਇਜ਼ ਨਾਟ ਦੈਟ ਗੁੱਡ ਸੋ ਜਦੋਂ ਐਗਸ ਦੀ ਕੁਆਲਿਟੀ ਅੱਛੀ ਨਹੀਂ ਹੈ ਫਿਰ ਜੇ ਪ੍ਰੈਗਨੈਂਸੀ ਹੁੰਦੀ ਹੈ ਮਿਸਕੈਰੇजेस ਦੇ ਚਾਂਸਸ ਜ਼ਿਆਦਾ ਹੁੰਦੇ ਹੈ ਇਨਫਰਟੀਲਿਟੀ ਦੇ ਚਾਂਸਸ ਜ਼ਿਆਦਾ ਹੁੰਦੇ ਹੈ ਔਰ ਦੂਸਰਾ ਇਹ ਹੈ ਕਿ ਏਜ ਨਾਲ ਤੁਹਾਡਾ ਬਲੱਡ ਪ੍ਰੈਸ਼ਰ प्रेगनेंसी रिलेटेड इंक्रीज हो सकता है डायबिटीज़ हो सकती है थायरॉयड हो सकता है सो एज जी एडवांस्ड मैटरनल एज असी जिन्हों कहने अबव 35 मैडिकल डेफिनेशन वाइज इट इज़ कॉल्ड एडवांस्ड मैटरनल एज कि 35 तो बाद जे तुसी कर रहे हो थोड़ा एक रिस्क फैक्टर ऐड हो जाता है सो इस करके इट इज़ ऑलवेज गुड टू बी ਪ੍ਰੈਗਨੈਂਟ ਇਨ ਟਾਈਮ ਜੀ ਤੁਸੀਂ ਉਸ ਤਰ੍ਹਾਂ ਵੀ ਸੋਚੋ ਮੈਂ ਕਪਲਸ ਨੂੰ ਗਾਈਡ ਕਰਦੀ ਹਾਂ ਕਿ ਜਿੰਨਾ ਆਪਾਂ ਲੇਟ ਕਰ ਰਹੇ ਹਾਂ
ਫਿਰ ਉਸ ਤੋਂ ਬਾਅਦ ਉਹ ਬੱਚਾ ਵੱਡਾ ਵੀ ਹੋਣਾ ਹੈ, ਉਹਦੀ ਐਜੂਕੇਸ਼ਨ ਵੀ ਹੈ, ਉਹਦੀ ਮੈਰਿਜ ਵੀ ਹੋਣੀ ਹੈ, ਤੁਸੀਂ ਸਾਰੇ ਮਾਈਲਸਟੋਨਸ ਜਿਹੜੇ ਆ ਉਹਨਾਂ ਨੂੰ ਲੇਟ ਕਰ ਰਹੇ ਹੋ ਔਰ ਤੁਹਾਡਾ ਉਸ ਬੱਚੇ ਨਾਲ ਜਨਰੇਸ਼ਨ ਗੈਪ ਵੀ ਕਿੰਨਾ ਹੋ ਰਿਹਾ ਹੈ ਨਾ। ਸੋ ਇਸ ਕਰਕੇ ਹਰ ਕੰਮ ਜੇ ਕਰਨਾ ਹੀ ਹੈ ਫਿਰ ਟਾਈਮ ਤੇ ਕਰਨਾ ਚਾਹੀਦਾ। ਅੱਜਕੱਲ ਵੈਸੇ ਵੀ ਲਾਈਫ ਘਟ ਰਹੀ ਹੈ, ਹਾਂ ਪਹਿਲਾਂ ਲੋਕੀ 100 ਸਾਲ ਤੱਕ ਚਲੇ ਜਾਂਦੇ ਸੀ, ਅੱਜਕੱਲ 60 70 ਰਹਿ ਰਹੇ। ਬਿਲਕੁਲ। ਸੋ ਇਸ ਕਰਕੇ आई थिंक बेस्ट एज पे अगर प्लानिंग करी जाए, क्योंकि देखो हर कपल जो साढ़े कोल आंदे हैं ना प्री प्रेगनेंसी, मैम वी वांट कि साडी बेस्ट आउटकम होए, असी इस करके वैलनेस पैकेज करा रहे हैं, असी अपने टेस्ट करा रहे हैं, क्यों असी हले 2-4 साल नहीं करना। तो मैं कहनी है कि भी बेस्ट प्लानिंग तो है कि तुसी 2-4 साल बाद की जगह आज करो प्रेगनेंसी। ਆਪਾਂ ਵੈਲਨੈਸ ਪੈਕੇਜ ਕਰਾ ਕੇ ਹੈਲਥ ਚੈੱਕ ਕਰਕੇ 35 ਤੇ ਪਲੈਨਿੰਗ ਕਰਨਾ ਚਾਹੁੰਦੇ ਆ, ਦੈਟ ਇਜ਼ ਪੂਅਰ ਪਲੈਨਿੰਗ ਜੀ, ਬਿਕੋਜ਼ ਜਿਹੜਾ ਏਜ ਕਰਕੇ ਡਿਸਐਡਵਾਂਟੇਜ ਆ ਉਹ ਤਾਂ ਤੁਸੀਂ ਨਹੀਂ ਕਰ ਸਕਦੇ, ਯੂ ਕਾਂਟ ਗੋ ਬੈਕ ਇਨ ਟਾਈਮ। ਸੋ ਬੈਟਰ ਹੈ ਕਿ ਜੇ ਅੱਜ ਤੁਸੀਂ ਫਿੱਟ ਹੋ ਤੁਸੀਂ ਅੱਜ ਬੇਬੀ ਪਲਾਨ ਕਰੋ, ਜੇ ਆਪਾਂ ਕਰਨਾ ਹੀ ਹੈ ਫਿਰ ਟਾਈਮ ਤੇ ਕਰੀਏ। ਬਿਲਕੁਲ। ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਮਤਲਬ ਬਹੁਤ ਅੱਛੀਆਂ ਸੁਜੈਸ਼ਨਸ ਦੇ ਰਹੇ ਹੋ ਕਿ ਟਾਈਮ ਤੇ ਕਰਨਾ ਚਾਹੀਦਾ ਹੈ, ਕਿ ਸਾਰੇ ਜਿਹੜੇ ਗਾਇਨੀ ਡਾਕਟਰ ਨੇ ਇਹੀ ਸੁਜੈਸਟ ਕਰਦੇ ਨੇ? ਕਿਉਂਕਿ ਅੱਜ ਕੱਲ ਮਤਲਬ ਜਿਹੜੇ ਕਪਲਸ ਨੇ ਉਹ ਜਿਨ੍ਹਾਂ ਨੇ ਲੇਟ ਬੇਬੀ ਕਰਨਾ ਤੇ ਉਹ ਜਾਂਦੇ ਨੇ ਡਾਕਟਰ ਕੋਲ ਜਾਣਾ ਤਾਂ ਸ਼ੁਰੂ ਕਰ ਦਿੰਦੇ ਨੇ। ਸੋ ਮੈਨੂੰ ਲੱਗਦਾ ਕਿ ਡਾਕਟਰਸ ਨੂੰ ਵੀ ਤੁਸੀਂ ਕੁਝ ਮੈਸੇਜ ਦੇਣਾ ਚਾਹੁੰਦੇ ਹੋ? ਕਿ ਦੇਖੋ ਹਰਸ਼ਰਨ, ਪਤਾ ਕੀ ਹੈ, ਇਟ ਇਜ਼ ਡਿਮਾਂਡ ਐਂਡ ਸਪਲਾਈ। ਕੀ ਹੋ ਰਿਹਾ ਹੈ ਕਿ ਅੱਜ ਕੱਲ ਜਿਹੜੇ ਪੇਸ਼ੈਂਟਸ ਹੈ ਜਾਂ ਜਿਹੜੀ ਜਨਰਲ ਪਬਲਿਕ ਹੈ, ਸਾਡੇ ਕੋਲ ਫਰਮਾਇਸ਼ ਆਂਦੀ ਹੈ, ਮੈਮ ਅਸੀਂ ਐਗ ਫਰੀਜ਼ ਕਰ ਲੈਂਦੇ ਹਾਂ ਕਿਉਂਕਿ ਅਸੀਂ ਹਲੇ ਬੇਬੀ ਨਹੀਂ ਕਰਨਾ ਚਾਹੁੰਦੇ, ਅਸੀਂ ਜਦੋਂ ਅੱਜ ਤੋਂ 5 ਸਾਲ ਬਾਅਦ ਫਿਰ ਬੇਬੀ ਕਰਾਂਗੇ, ਐਗ ਫਰੀਜ਼ ਕਰਕੇ ਰੱਖ ਲੈਣਾ। ਮਤਲਬ ਇਹ ਪੋਸੀਬਲ ਹੈ? ਇਹ ਪੋਸੀਬਲ ਹੈ, ਬਿਲਕੁਲ ਪੋਸੀਬਲ ਹੈ, ਪਰ ਉਹਦੇ 'ਚ ਫਿਰ ਜਿਹੜੀ ਪ੍ਰੈਗਨੈਂਸੀ ਉਹ ਟੈਸਟ ਟਿਊਬ ਬੇਬੀ ਜਾਂ IVF ਰਾਹੀਂ ਹੁੰਦੀ ਹੈ ਨਾ, ਪਰ that is not natural. So as a doctor personally I never encourage, ਮੈਂ ਤਾਂ ਇਸ ਚੀਜ਼ ਨੂੰ ਬਿਲਕੁਲ encourage ਨਹੀਂ ਕਰਦੀ। ਮੈਂ ਕਹਿੰਦੀ ਜਿਹੜੀ ਚੀਜ਼ naturally ਹੋ ਰਹੀ ਹੈ ਤੁਸੀਂ ਉਹਦੇ ਵਿੱਚ ਕਿੰਨਾ ਕੁਝ unnatural ਕਰ ਰਹੇ ਹੋ, ਉਹਦੇ ਆਪਣੇ complication। ਹਾਂ, ਉਹ ਮਜਬੂਰੀ ਵਾਲੀ ਹੈ। ਦੇਖੋ ਸਪੋਜ਼ ਕਰੋ ਕੋਈ ਵੂਮਨ ਹੈ ਜਾਂ ਕੋਈ ਮੇਲਸ ਹੈ ਜਿਨ੍ਹਾਂ 'ਚ ਕੈਂਸਰ ਹੈ, ਕਈ ਵਾਰੀ ਕੈਂਸਰ ਦਾ ਟ੍ਰੀਟਮੈਂਟ ਹੋਣਾ ਹੁੰਦਾ ਹੈ, ਕਿਸੇ ਮੈਨ ਜਾਂ ਬॉयਜ਼ ਨੂੰ ਟੈਸਟੀਕੂਲਰ ਕੈਂਸਰ ਹੋ ਜਾਂਦਾ ਜੀ ਤੇ ਉਹਨਾਂ ਦੀ ਕੀਮੋਥੈਰੇਪੀ ਹੋਣੀ ਹੈ, ਉੱਥੇ ਉਹਨਾਂ ਦੇ ਸਪਰਮਸ ਲੈ ਕੇ ਫਰੀਜ਼ ਕੀਤੇ ਜਾਂਦੇ ਆ। ਕਈ ਵਾਰ ਯੰਗ ਕੁੜੀਆਂ ਨੂੰ ਓਵੇਰੀਅਨ ਕੈਂਸਰ ਹੈ, ਬ੍ਰੈਸਟ ਕੈਂਸਰ ਹੈ, ਕੀਮੋਥੈਰੇਪੀ ਕਰਾਣੀ ਹੈ, ਉਹਨਾਂ ਦੇ ਐਗਸ ਲੈ ਕੇ ਫਰੀਜ਼ ਕੀਤੇ ਜਾਂਦੇ। ਸੋ ਇਹ ਜਿਹੜੀ ਟੈਕਨੋਲੋਜੀ ਹੈ ਇਸ ਕਰਕੇ ਡਿਵੈਲਪ ਕੀਤੀ ਗਈ ਸੀ ਹੈਲਪ ਕਰਨ ਲਈ ਉਹਨਾਂ ਪੇਸ਼ੈਂਟਸ ਨੂੰ ਜਿਨ੍ਹਾਂ ਲਈ ਇਹ ਮੈਡੀਕਲੀ ਨੀਡਡ ਹੈ। ठीक है। Then it became fashionable कि भाई मैं मॉडलिंग करनी है, so I want to preserve my age, मैं हले नहीं बेबी करना, एग फ्रीज कर लो, but that is not desired, that is not desired। so ਇਹਦੇ ਲਈ ਮਤਲਬ ਗਿਆਨ ਦੀ ਘਾਟ ਹੈ, ਇਸੇ ਕਰਕੇ ਅਸੀਂ ਗਰਭ ਗਿਆਨ ਸ਼ੁਰੂ ਕੀਤਾ ਹੈ। ਬਿਲਕੁਲ ਬਿਲਕੁਲ ਜੀ। ਸੋ ਡਾਕਟਰ ਸਾਹਿਬ ਤੁਸੀਂ ਮਤਲਬ ਇਹ ਫਿਜ਼ੀਕਲ ਹੈਲਥ ਦੀ ਗੱਲ ਕੀਤੀ ਹੈ, ਪਰ ਆਮ ਤੌਰ ਤੇ ਜਿਵੇਂ ਮੈਂ ਆਪਣੇ ਘਰਾਂ ਦੇ ਵਿੱਚ ਦੇਖਿਆ ਵੀ ਜਦੋਂ ਕੋਈ ਵੀ ਭੈਣ ਭਾਬੀ ਪ੍ਰੈਗਨੈਂਟ ਹੁੰਦੀ ਹੈ ਤਾਂ ਵੱਡੇ ਕਹਿੰਦੇ ਨੇ ਕਿ ਇਹਨੂੰ ਰੋਣ ਨਹੀਂ ਦੇਣਾ, ਇਹਨੂੰ ਦੁਖੀ ਨਹੀਂ ਹੋਣ ਦੇਣਾ, ਖੁਸ਼ ਰੱਖਣਾ ਹੈ। ਸੋ ਮੈਂਟਲ ਹੈਲਥ ਉਹ ਕਿੰਨੀ ਕੁ ਜ਼ਿਆਦਾ ਮਤਲਬ ਪ੍ਰੀ ਪ੍ਰੈਗਨੈਂਸੀ ਦੇ ਵਿੱਚ ਵੀ ਕੀ ਉਹ ਬਹੁਤ ਜ਼ਰੂਰੀ ਹੈ? ਬਿਲਕੁਲ ਠੀਕ, ਆਪਨੇ ਬਹੁਤ ਅੱਛਾ ਕੁਐਸਚਨ ਪੁੱਛਿਆ ਹਰਸ਼ਰਨ, ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਅੱਜ ਕੱਲ ਜਿਹੜੀ ਨਿਊਕਲੀਅਰ ਫੈਮਿਲੀ ਸਿਸਟਮ ਹੋ ਗਿਆ ਔਰ ਮੋਸਟ ਆਫ ਦ ਗਰਲਸ ਦੇ ਆਰ ਚੂਜ਼ਿੰਗ ਟੂ ਵਰਕ, है ना। पहला की सीगा कि लेडीज़ ਲਈ सिर्फ अपने घर ਦਾ ਇੱਕ एनवायरनमेंट ਸੀ और ਹੋਮ ਮੇਕਰ ਸੀਗੇ ਬਹੁਤ ਸਾਰੇ ਲੋਕ, ਪਰ ਅੱਜ ਕੱਲ ਐਜ਼ ਪ੍ਰੋਫੈਸ਼ਨਲ ਵਿਮਨ ਅਸੀਂ ਆਪਣੇ ਵਾਸਤੇ ਇੱਕ ਹੋਰ ਚੈਲੰਜ ਚੂਜ਼ ਕੀਤਾ ਹੈ, ਉਹ ਹੈ ਵਰਕ। ਸੋ ਹੁਣ ਉਹ ਵਰਕ ਲਾਈਫ ਬੈਲੈਂਸ ਕਰਨਾ ਥੋੜਾ ਜਿਹਾ ਡਿਫਿਕਲਟ ਤਾਂ ਹੈ ਔਰ ਹਰ ਕੋਈ ਇੰਨਾ ਜਾਗਰੂਕ ਵੀ ਨਹੀਂ ਹੈ ਕਿ ਉਹਨੂੰ ਈਜ਼ੀਲੀ ਹੈਂਡਲ ਕਰ ਪਾਏ। ਹੁਣ ਜਦੋਂ ਇਹ ਲੇਡੀ ਜਿਹੜੀ ਵਰਕਿੰਗ ਹੈ, ਜਦੋਂ ਉਹ ਪ੍ਰੈਗਨੈਂਸੀ ਬਾਰੇ ਸੋਚਦੀ ਹੈ, ਉਹ ਆਪਣੇ ਆਪ 'ਚ ਇੱਕ ਐਡੀਸ਼ਨਲ ਚੈਲੰਜ ਹੈ ਜੀ। ਘਰ ਵੀ ਦੇਖਣਾ ਹੈ, ਆਪਣਾ ਲਾਈਫ ਵਰਕ ਲਾਈਫ ਵੀ ਦੇਖਣੀ ਹੈ ਔਰ ਬੇਬੀ ਵੀ ਦੇਖਣਾ ਹੈ। ਸੋ ਆਈ ਫੀਲ ਕਿ all women ਜਾਂ all girls they should be emotionally strong। ਔਰ ਜੇ ਕੋਈ ਵੀ ਕਿਸੇ ਦਾ ਇਮੋਸ਼ਨਲ ਹੈਲਥ ਇਸ਼ੂ ਹੈ ਉਹਨੂੰ ਪਹਿਲਾਂ ਰਿਜ਼ੋਲਵ ਕਰਨਾ ਚਾਹੀਦਾ ਹੈ। ਅਗਰ ਕੋਈ ਰਿਲੇਸ਼ਨਸ਼ਿਪ ਇਸ਼ੂਜ਼ ਹੈ ਉਹ ਰਿਜ਼ੋਲਵ ਕਰਨੇ ਚਾਹੀਦੇ ਹੈ, ਫਿਰ ਤੁਸੀਂ ਬੇਬੀ ਪਲਾਨ ਕਰੋ। ਤੁਸੀਂ ਇਹ ਨਾ ਸੋਚੋ ਜਿਵੇਂ ਪੁਰਾਣੇ ਟਾਈਮ ਤੇ ਸੋਚਦੇ ਸੀ ਬੱਚਾ ਹੋ ਜਾਏਗਾ ਤਾਂ ਸਾਰੀ ਪ੍ਰੋਬਲਮ ਸੋਲਵ ਹੋ ਜਾਏਗੀ, ਉਹ ਨਹੀਂ ਹੁੰਦਾ। ਹੁਣ ਇਹ ਹੈ ਕਿ ਬੇਬੀ ਨਾਲ ਐਡੀਸ਼ਨਲ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ। ਸੋ ਇਟ ਇਜ਼ ਵੈਰੀ ਗੁੱਡ ਕਿ ਅਗਰ ਕੋਈ ਵੀ ਮੈਰਿਡ ਕਪਲ ਆਪਣਾ ਮੈਰਿਟਲ ਰਿਲੇਸ਼ਨਸ਼ਿਪ ਬਿਲਕੁਲ ਸਮੂਥ करे और उस तो बाद अपना बेबी प्लान करे। और अगर कई मदर्स हैं, चलो मन्या कोई इमोशनली वीक हुंदा है, किसी नू एंगजाइटी है, किसी नू थोड़ा जिहा डिप्रेशन है, दे मस्ट सी अ साइकोलॉजिस्ट। देयर आर आजकल सो मेनी थेरेपिस्ट्स आर अवेलेबल। असी थेरेपिस्ट कोल जा सकते हैं, असी काउंसलर्स कोल जा सकते हैं। हुण तां लोग लाइफ कोचेस हैं, वी हैव इमोशनल हैल्थ एक्सपर्ट्स, उन्हां दी राय लै सकते हैं और उन्हां तो गाइडेंस लै सकते हैं ताकि पहलां आपां अपना माइंड स्टेबलाइज करिए, फिर असी प्रेगनेंसी दी जर्नी शुरू करिए
ताकि वी हैव हैप्पी मदर्स एंड हेल्दी बेबीज। जी जी बिल्कुल, हैप्पी मदर्स हेल्दी बेबीज, ये बहुत सोहना ਤੁਸੀਂ ਇੱਕ ਜਿਹੜਾ ਸ਼ਬਦ ਬੋਲਿਆ ਹੈਗਾ। ਸੋ ਡਾਕਟਰ ਸਾਹਿਬ ਪ੍ਰੀ ਪ੍ਰੈਗਨੈਂਸੀ ਦੇ ਵਿੱਚ ਮੈਨੂੰ ਲੱਗਦਾ ਕਿ ਮੇਰੇ ਸਵਾਲ ਜਿੰਨੇ ਸੀਗੇ ਸਾਰੇ ਖਤਮ ਹੋ ਗਏ ਨੇ। ਤੁਸੀਂ ਹੁਣ ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਅੱਗੇ ਆਪਾਂ ਇਸ ਪ੍ਰੋਗਰਾਮ ਦੀ ਲੜੀ ਨੂੰ ਕਿਵੇਂ ਅੱਗੇ ਤੋਰਾਂਗੇ ਕਿ ਅਗਲੇ ਪ੍ਰੋਗਰਾਮ 'ਚ ਅਸੀਂ ਕੀ ਡਿਸਕਸ ਕਰਾਂਗੇ, ਉਹ ਵੀ ਤੁਸੀਂ ਜ਼ਰੂਰ ਜਾਣਕਾਰੀ ਦਿਓ। ਸੋ ਹਰਸ਼ਰਨ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਪੈਰੈਂਟਸ ਜਦੋਂ ਬੇਬੀ ਪਲਾਨ ਕਰਨ ਦੇ ਬਾਰੇ 'ਚ ਸੋਚਦੇ ਆ, ਉਹਨਾਂ ਨੂੰ ਇੱਕ ਵਾਰ ਆਪਣਾ ਰੂਟੀਨ ਗਾਈਡੈਂਸ ਕਿਸੇ ਵੀ ਇਸਤਰੀ ਰੋਗ ਵਿਸ਼ੇਸ਼ज्ञ ਤੋਂ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਕਿ ਅਨਪਲੈਨਡ ਤਰੀਕੇ ਨਾਲ ਅਸੀਂ ਨਾ ਕਰ ਲਈਏ, ਹੈ ਨਾ। ਕਿਉਂਕਿ ਬਹੁਤ ਸਾਰੇ ਮਦਰਸ ਹੈ ਜਿਨ੍ਹਾਂ ਕੋਲ ਮੈਡੀਕਲ ਪ੍ਰੋਬਲਮਸ ਹੈ, ਕਿਸੇ ਨੂੰ ਰਿਊਮੇਟੋਇਡ ਆਰਥਰਾਈਟਿਸ ਹੈ, ਕਿਸੇ ਦੀ ਕਈ ਵਾਰ ਕਿਡਨੀ ਪ੍ਰੋਬਲਮ ਹੁੰਦੀ ਹੈ, ਕਿਸੇ ਨੂੰ ਸ਼ੂਗਰ ਹੁੰਦੀ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੁੰਦਾ ਹੈ। ਇਹ ਸਾਰੀਆਂ ਪ੍ਰੋਬਲਮਸ ਪਹਿਲਾਂ ਆਪਾਂ ਨੂੰ ਮੈਨੇਜ ਕਰਕੇ ਫਿਰ ਪ੍ਰੈਗਨੈਂਸੀ ਦੀ ਜਰਨੀ 'ਚ ਐਂਟਰ ਕਰਨਾ ਚਾਹੀਦਾ ਹੈ। ਪੂਰਾ ਸਰੀਰ ਦਾ ਸ਼ੁੱਧੀਕਰਨ ਕਰਕੇ ਹਾਂ, ਫਿਰ ਉਸ ਤੋਂ ਬਾਅਦ ਕਰੋ, ਕਿਉਂਕਿ ਪ੍ਰੈਗਨੈਂਸੀ 'ਚ ਅਸੀਂ ਬਹੁਤ ਸਾਰੀਆਂ ਦਵਾਈਆਂ ਯੂਜ਼ ਨਹੀਂ ਕਰ ਸਕਦੇ, ਅਸੀਂ ਬਹੁਤ ਸਾਰੇ ਟ੍ਰੀਟਮੈਂਟ ਨਹੀਂ ਕਰ ਸਕਦੇ। ਕਿਸੇ ਨੂੰ ਗੋਲ ਬਲੈਡਰ ਸਟੋਨ ਹੈ, ਕਿਸੇ ਨੂੰ ਅਪੈਂਡਿਸਾਈਟਿਸ ਹੈ, ਮਤਲਬ ਉਹ ਪਹਿਲਾਂ ਸੋਲਵ ਕਰਕੇ ਫਿਰ ਉਸ ਤੋਂ ਬਾਅਦ ਹੀ ਪ੍ਰੈਗਨੈਂਸੀ ਪਲਾਨ ਕਰਨੀ ਚਾਹੀਦੀ ਹੈ। ਐਂਡ weight, ਜਿਹੜਾ ਅਸੀਂ ਕਹਿ ਰਹੇ ਕਿ ਵੀ ਐਪੀਡੈਮਿਕ ਹੈ ਕਿ ਸਾਰੇ ਓਵਰਵੇਟ ਹੈ, ਆਪਣਾ weight ਮੈਨੇਜ ਕਰੋ ਤੇ ਤੁਹਾਡੀ ਪ੍ਰੈਗਨੈਂਸੀ ਦੀ ਜਰਨੀ ਹੋਰ ਵੀ ਵਧੀਆ ਜਾਏਗੀ, ਹੈ ਨਾ। ਐਂਡ ਸੈਕੰਡ ਕੁਐਸਚਨ ਕਿ ਹੁਣ ਆਪਾਂ ਕਿਵੇਂ ਅੱਗੇ ਵਧਾਂਗੇ, ਨੈਕਸਟ ਟਾਈਮ ਮੇਰਾ ਖਿਆਲ ਹੈ ਅਸੀਂ ਆਪਣੇ ਜਿਹੜਾ ਗਰਭ ਗਿਆਨ ਹੈ ਉਸ ਤੋਂ ਸ਼ੁਰੂ ਕਰਦੇ ਹਾਂ, ਫਰਸਟ ਟ੍ਰਾਈਮੈਸਟਰ ਤੋਂ ਸ਼ੁਰੂ ਕਰਾਂਗੇ ਕਿ ਜਦੋਂ ਅਰਲੀ ਪ੍ਰੈਗਨੈਂਸੀ ਵਿੱਚ ਮਦਰ 'ਚ ਕੀ ਚੇਂਜਸ ਆਉਂਦੀਆਂ ਹੈ, ਕਿਵੇਂ ਬੇਬੀ ਡਿਵੈਲਪ ਹੁੰਦਾ ਹੈ, ਕਿਵੇਂ ਮਾਂ ਆਪਣਾ ਧਿਆਨ ਰੱਖ ਸਕਦੀ ਹੈ ਔਰ ਆਪਣੇ ਅਨਬੋਰਨ ਬੇਬੀ ਦਾ ਵੀ ਧਿਆਨ ਰੱਖ ਸਕਦੀ ਹੈ। ਅਸੀਂ ਇਹ ਸਾਰਾ ਕੁਝ ਅਗਲੀ ਕੜੀ ਵਿੱਚ ਡਿਸਕਸ ਕਰਾਂਗੇ। ਬਿਲਕੁਲ, ਔਰ ਉਹਦੇ ਜੀਵਨ ਸਾਥੀ ਦਾ ਤੇ ਪੂਰੇ ਪਰਿਵਾਰ ਦਾ ਕੀ ਫਰਜ਼ ਕੰਟਰੀਬਿਊਸ਼ਨ ਹੋਣਾ ਚਾਹੀਦਾ, ਕਿਉਂਕਿ ਬਹੁਤ ਅਲੱਗ ਜਿਹਾ ਸਮਾਂ ਹੁੰਦਾ ਹੈ। ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਕਿਉਂਕਿ ਅੱਗੇ ਜਿਹੜੀ 9 ਮਹੀਨੇ ਦੀ ਪ੍ਰੈਗਨੈਂਸੀ ਜਰਨੀ ਉਹਨੂੰ ਲੈ ਕੇ ਤਾਂ ਬਹੁਤ ਸਾਰੇ ਸਵਾਲ ਆ ਜਾਣਗੇ ਤੇ ਪ੍ਰੀ ਪ੍ਰੈਗਨੈਂਸੀ ਦੇ ਵਿੱਚ ਜੋ ਸਾਨੂੰ ਡਾਕਟਰ ਸੀਮਾ ਸ਼ਰਮਾ ਨੇ ਦੱਸਿਆ ਹੈ ਉਹਨੂੰ ਸੁਣਨਾ ਬਹੁਤ ਜ਼ਰੂਰੀ ਹੈ ਪੂਰੇ ਪਰਿਵਾਰ ਦੇ ਲਈ, ਖਾਸ ਕਰਕੇ ਕਪਲਸ ਦੇ ਲਈ ਜਿਨ੍ਹਾਂ ਨੇ ਅੱਗੇ ਬੱਚਾ ਪੈਦਾ ਕਰਨਾ ਹੈ ਉਹਨਾਂ ਦੇ ਲਈ। ਤੇ ਜੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਸਕਦੇ ਹੋ। ਡਿਸਕ੍ਰਿਪਸ਼ਨ ਦੇ ਵਿੱਚ ਡਾਕਟਰ ਸਾਹਿਬ ਹੁਣਾਂ ਦਾ ਅਸੀਂ ਕੰਟੈਕਟ ਨੰਬਰ ਦਿੱਤਾ ਹੋਇਆ, ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ, ਮੈਸੇਜ ਛੱਡ ਸਕਦੇ ਹੋ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।